यकीनन यजीद मलून का दिफा करने वाला इस जहान में भी जलील है, माशर में भी यजीद के साथ जलील ही रहेगा। यजीद जिंदाबाद, यजीद अमीरुल मोमिनीन, बच्चों के नाम यजीद रखो, ये नारा बुलंद करने वाला मलून अल्हम्दुलिल्लाह अपने इंजाम को पहुंच गया है। उसके साथ क्या हुआ है उसकी तफसील मैं आपको सुनाता हूँ अहले सुन्नत आलम दीन की ज़बानी। और हाँ, हम बनु उमैया के मानने वालों पे, बनु उमैया पे हम क्यों लानत करते हैं, हमारी क्या दुश्मनी है, हमारी सारी, अगर किसी के साथ दोस्ती है तो मोहम्मद वाले मोहम्मद अलैहिस्सलाम की वजह से, अगर किसी के साथ हमारी दुश्मनी है तो फ़कत मोहम्मद वाले मोहम्मद अलैहिस्सलाम की वजह से। और हम बनु उमैया पे क्यों लानत करते हैं, बनु उमैया क्यों लानत की हकदार है, ये भी तफसील मैं आपको सुनाता हूँ अहले सुन्नत आलम दीन की ज़बानी। आपने वीडियो पूरी देखनी और उसके बाद आपने कमेंट करना है कि हाँ, क्या यजीद का नारा बुलंद करने वाला अपने इंजाम को कैसे पहुंचा, और बनु उमैया पे जो हम लानत करते हैं वो या लानत के हकदार हैं या नहीं। आपने वीडियो में आखिर में ज़रूर बताना है। आए पहले अहले सुन्नत आलम दीन की ज़बानी सुने कि यजीद अमीरुल मोमिनीन का नारा लगाने वाला वो मलून अब किस हालत में दोवें चीज़ां इकट्ठियां हो गई। थलवा ताड़ो दा मारिया गया, चक के अगां पिछां करदा, गल नहीं कर सकदा। तवज्जो है, जानदे हो ਉਹ ਜਿਹੜਾ 26 ਗਜ਼ ਦੀ ਪੱਗ ਬੰਦਾ ਹੁੰਦਾ ਸੀ, ਬੋਲੋ ਤੇ ਅਸੀਂ ਭੋਲਿਓ, ਤੁਸੀਂ ਤਾਂ ਇੰਜ ਬੈਠੇ ਜਿਵੇਂ ਤੁਸੀਂ ਕਦੇ ਸੁਣਿਓ ਵੀ ਨਹੀਂ। ਜ਼ਰਾ ਜ਼ੋਰ ਨਾਲ ਆਖੋ ਸੁਭਾਨ ਅੱਲਾਹ। ਜ਼ਿਆਦਾ ਚੁੱਪ ਚੰਗੇ ਨਹੀਂ ਹੁੰਦੀ, ਘਰ ਹੀ ਦਿਹਾੜੀ ਚੁੱਪ ਲੱਗੀ ਰਵੇ ਨਾ ਤੇ ਰਾਤ ਨੂੰ ਤਲਾਕਾਂ ਤੇ ਗੱਲ ਪੜ ਜਾਂਦੀ। ਜ਼ੋਰ ਨਾਲ ਆਖੋ ਸੁਭਾਨ ਅੱਲਾਹ। ਹਾਂ, ਤੇ ਸ਼ਕਲ ਵਿਗੜ ਗਈ, ਜ਼ਬਾਨ ਬੰਦ ਹੈ, ਤਾਲਾ ਲੱਗ ਗਿਆ ਤੇ ਗੱਲ ਕਰਨ ਦੀ ਕੋਸ਼ਿਸ਼ ਕਰਦਾ, ਚਿਹਰਾ ਘੁੰਮ ਕੇ ਕਿਤੇ ਦਾ ਕਿਤੇ ਅਪੜ ਜਾਂਦਾ। ਰਾਤੀ ਇਤਲਾ ਆਈ ਕਿ ਜ਼ਬਾਨ ਬਾਹਰ ਲਟਕ ਰਹੀ ਹੈ, ਕਿਤੇ ਪਤਾ ਨਹੀਂ ਇਸਲਾਮਾਬਾਦ ਜਾਂ ਕਿੱਥੇ ਲੈ ਗਏ ਨੇ ਇਲਾਜ ਵਾਸਤੇ। ਮੈਂ ਕਿਹਾ ਜੀ ਇਹ ਮਰਜ਼ਾਂ ਦਵਾਈਆਂ ਵਾਲੀਆਂ ਨੇ। ਹਾਂ ਜੀ, ਇਹ ਮਰਜ਼ ਜਿਹੜੀ ਲੱਗੀ ਹੋਈ ਹੈ ਨਾ, ਇਹ ਟੀਕਿਆਂ ਨਾਲ ਨਹੀਂ ਜਾਣੀ, ਨਾ ਇਹ ਬੋਤਲਾਂ ਨਾਲ ਜਾਣੀ ਹੈ, ਤੇ ਨਾ ਬਾਹਰ ਦੇ ਡਾਕਟਰਾਂ ਨਾਲ, ਤੇ ਨਾ ਅੰਦਰ ਦੇ ਡਾਕਟਰਾਂ ਨਾਲ। ਇਹ ਮਰਜ਼ ਜਾਣੀ ਹੈ ਮਦੀਨੇ ਵਾਲੇ ਦੀ ਅਤਾ ਨਾਲ। ਜ਼ਰਾ ਜ਼ੋਰ ਨਾਲ ਆਖ ਸੁਭਾਨ ਅੱਲਾਹ। ਆਖਿਆ ਕਰਿਆ ਇਹ ਸਾਦਾਤ ਯਜ਼ੀਦ ਦੇ ਪਖਾਨੇ ਦੇ ਬਰਾਬਰ ਨਹੀਂ। ਹਾਂ ਜੀ, ਕਦੇ ਆਖੇ ਯਜ਼ੀਦ ਬੱਚਿਆਂ ਦੇ ਨਾਂ ਰੱਖ ਲਓ, ਕਦੇ ਆਖੇ ਜੀ ਫਲਾਂ ਹੈ, ਟਿਮਕਾ ਹੈ, ਜੋ ਆਵੇ ਸਮੂਹ ਚੋਂ ਕੱਢ ਦੇਵੇ। ਸਾਨੂੰ ਆਖੇ ਤੁਹਾਡਾ ਰੋਟੀ ਪਾਣੀ ਮੈਂ ਚਲਾਇਆ ਹੋਇਆ, ਬੰਦ ਕਰਨ ਸਵੇਰੇ ਕਰ ਦੇਵਾਂਗੇ। ਅੱਜ ਅੱਲਾ ਨੇ ਉਹਦੀ ਹਾਰਿਸ਼ਾ ਬੰਦ ਕਰ ਦਿੱਤੀ ਹੈ, ਸਾਡੀ ਹਾਰਿਸ਼ਾ ਚੱਲਦੀ ਹੈ। ਬਈ ਜ਼ਰਾ ਜ਼ੋਰ ਨਾਲ ਆਖ ਸੁਭਾਨ ਅੱਲਾਹ। ਮੈਨੂੰ ਪਤਾ ਹੈ ਮੈਂ ਉਹਦੇ ਕੰਮ ਕਰਨਾ। ਜ਼ੋਰ ਨਾਲ ਆਖੋ ਸੁਭਾਨ ਅੱਲਾਹ। ਸਾਡੀ ਹਾਰਿਸ਼ਾ ਚੱਲ ਰਹੀ ਹੈ ਤੇ ਉਹਦੀ ਅੱਲਾ ਨੇ ਬੰਦ ਕਰ ਦਿੱਤੀ ਹੈ। ਪਤਾ ਚੱਲਿਆ ਓਏ ਖੈਰਾਤ ਜਿਸਮਾਨੀ ਹੋਵੇ ਜਾਂ ਰੂਹਾਨੀ ਹੋਵੇ, ਉਹ ਯਜ਼ੀਦ ਦੇ ਬੂਹੇ ਤੋਂ ਨਹੀਂ ਮਿਲਦੀ, ਹੁਸੈਨ ਦੇ ਬੂਹੇ ਤੋਂ ਮਿਲਦੀ ਹੈ। ਹੁਸੈਨੀਅਤ, 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 ਹੁਸੈਨੀਅਤ। ਅੱਜ ਸਭ ਗੋਡੇ ਛੱਡ ਕੇ ਬੋਲੋ ਹੁਸੈਨੀਅਤ, 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 ਹੁਸੈਨੀਅਤ। ਯਜ਼ੀਦ ਦੇ ਵਕੀਲਾਂ ਤੇ ਲਾਨਤ, ਬੋਲੋ ਤੇ ਸਹੀ। ਹਾਂ ਜੀ, ਇੱਕ ਹੋਰ ਇਹਨਾਂ ਨਾਲ ਹੁੰਦਾ ਸੀ ਇਸ ਇਲਾਕੇ ਦੇ ਨੇੜੇ ਤੇੜੇ ਸ਼ਾਹ ਸੀ। ਉਹ ਵੀ ਕੱਦ ਦਾ ਨਿੱਕਾ ਜਿਹਾ ਸੀ, ਚਿੱਟੀ ਦਾੜੀ ਸੀ, ਤੇ ਪੱਗ ਉਹਦੇ ਨਾਲ ਵੀ ਥੋੜੀ ਜਿਹੀ ਵੱਡੀ ਬੰਨ ਲੈਂਦਾ ਸੀ ਕਦੀ ਕਦੀ। ਹਾਂ ਜੀ, ਉਹਦਾ ਹਾਲ ਇਹ ਕੀਤਾ ਨੇ ਇਹਨੂੰ ਕੁੱਟ ਕੇ ਉੱਥੋਂ ਕੱਢਿਆ। ਹੋਰ ਵੀ ਇੱਕ ਗੱਲ ਉਹਦੇ ਵੱਲ ਮਨਸੂਬ ਕਰਦੇ ਨੇ, ਆਂਦੇ ਨੇ ਇੰਝ ਸ਼ੈ ਖਵਾ ਛੱਡੀ ਸੀ, ਲੱਗਦਾ ਬਚਦਾ ਨਹੀਂ। ਉਹ ਵੀ ਹੁਣ ਕਲਿੱਪ ਦਿੰਦਾ ਫਿਰਦਾ, ਕਦੀ ਕਿਧਰੋਂ ਕਦੀ ਕਿਧਰੋਂ। ਨਹੀਂ ਮੇਰੇ ਨਾਲ ਚੰਗੀ ਨਹੀਂ ਹੋਈ, ਨਹੀਂ ਮੇਰੇ ਨਾਲ ਚੰਗੀ ਨਹੀਂ ਹੋਈ। ਮੈਂ ਕਿਹਾ ਕਮਲਿਆ, ਆਪਣੀ ਵਾਰੀ ਤੇ ਬੜਾ ਬੋਲਿਆ, ਕਦੇ ਪਿਓ ਹੁਸੈਨ ਦੀ ਵਾਰੀ ਵੀ ਬੋਲ ਪਵੇਂ ਆ। ਅੱਜ ਤੈਨੂੰ ਬੜੀ ਤਕਲੀਫ ਹੋਈ ਹੈ, ਤੇਰੇ ਨਾਲ ਔਖੀ ਸੌਖੀ ਹੋਈ ਹੈ ਤੇ ਕਲਿੱਪ ਦਿੰਦਾ ਫਿਰਨੇ। ਤੇ ਜਦੋਂ ਹੁਸੈਨ ਤੇ ਹਸਨ ਦੇ ਖਿਲਾਫ ਜ਼ਬਾਨਾਂ ਖੁੱਲਦੀਆਂ ਸਨ, ਤੇ ਵਾਲਿदैन ਰਸੂਲ ਦੇ ਖਿਲਾਫ ਜ਼ਬਾਨਾਂ ਖੁੱਲਦੀਆਂ ਸਨ, ਸ਼ੈਖੈਨ ਕਰੀਮੈਨ ਦੇ ਖਿਲਾਫ ਜ਼ਬਾਨਾਂ ਖੁੱਲਦੀਆਂ ਸਨ, ਉਸ ਵੇਲੇ ਤੈਨੂੰ ਗੁੱਸਾ ਨਹੀਂ ਸੀ ਆਉਂਦਾ? ਉਸ ਵੇਲੇ ਹੱਕ ਹੱਕ ਕਰਕੇ ਟਪੂਸੀਆਂ ਮਾਰਦਾ ਸੀ। ਅੱਜ ਤੇਰੇ ਨਾਲ ਮਾੜੀ ਜਿਹੀ ਗੱਲ ਹੋਈ ਤੇ ਆਨੇ ਇੰਝ ਹੋ ਗਿਆ ਤੇ ਮੇਰੀ ਇੱਜ਼ਤ ਨਹੀਂ ਰਹੀ। ਬਈ ਉਹ ਤੇਰੀਆਂ ਵਰਗਿਆਂ ਦੀਆਂ ਕਰੋੜਾਂ ਦੀਆਂ ਇੱਜ਼ਤਾਂ ਕਮਾ ਕੇ ਪਰਾਂ ਨਹਿਰ ਵਿੱਚ ਛੁੱਟ ਦਿੱਤੀਆਂ। ਓਏ ਸਾਡੀਆਂ ਇੱਜ਼ਤਾਂ ਨਹੀਂ, ਇੱਜ਼ਤਾਂ ਮੁਸਤਫਾ ਦੇ ਪਿਆਰਿਆਂ ਦੀਆਂ ਨੇ। ਮੈਂ ਤੇ 400 ਕੋੜੇ
حجاج بن یوسف نے ایک مولا علی کے ملنگ کو مارے کہ تو علی پہ ممبر پہ بیٹھ کے لعنت کر. کتنے؟ اس نے کہا جتنا مرضی مارو لو، میں اور علی پہ لعنت. اس نے کہا چلو ممبر سے جاؤ کچھ کرتے ہیں. جب ممبر سے جایا گیا تو پتہ ہے اس نے کیا کہا؟ سارے لوگ، اس نے کہا میں نہیں کرتا، میری شرط ہے، سارا مجمع بلاؤ پھر میں کچھ کروں گا. جب سارا مجمع بلایا گیا اس کے لیے جناب اونچی جگہ بنائی گئی. اس نے کہا جو علی کا دشمن ہے اس پہ بھی لعنت، اس کی نسلوں پہ بھی لعنت. بھائی کتنے کوڑے مارے؟ 400 کوڑے مارے اس جرم میں کہ تو علی پر لعنت کیوں نہیں کرتا. شریعت کہتی ہے کہ اگر کوئی بدکاری کرتا پکڑا جائے اسے 100 کوڑا مارو اگر وہ کما رہا ہے. اور علی پاک پہ لعنت نہ کرنے کی پاداش میں کتنے کوڑے عاشق علی نے کھائے؟ 400 کوڑے. 100 کوڑا لگا بے ہوش ہو گیا، پھر ہوش میں آیا، پھر کوڑے، پھر ہوش. آئے ہائے. انہوں نے کہا کچھ تو بول. اس نے کہا پھر میں وہی بولوں گا جو پہلے بولا تھا. میں حیران رہ گیا کہ یار یہ کیسا نشہ ہے عشق آل محمد کا، یہ اترتا نہیں ہے. پہلے سنتے تھے خدا کی قسم، اب تو عمل کر رہے ہیں نا روزانہ. میرے جتنی گالیاں کس بندے نو پینیاں ہونیاں؟ روزانہ سوشل میڈیا بھرا ہوا نہیں ہے. ڈیلی کے حساب سے ایوریجن 50 کلپ میرے خلاف مولوی بناتے ہیں، کوئی ادھروں کوئی ادھروں کوئی ادھروں کوئی ادھروں. بنو امیہ کے ٹکڑوں پہ پلنے والے یہ کتے یہ حیدر کرار کے غلام پہ بھونک رہے ہیں. ہمیں پرواہی. مجھے کئی لوگ کہتے ہیں اتنا تے بادشاہ بڑیاں جماعتاں پاگل ہو جاون جو انہوں نے خلاف کوئی بولے. میں کیا وہ ہو جاون، ان کی اپنی تھنکنگ ہے، ہماری اپنی تھنکنگ ہے. کہا جی آپ کی تھنکنگ کیا ہے؟ میں نے کہا میری تھنکنگ یہ، میں اس علی کا ماننے والا ہوں جس پہ 66,000 ممبر پہ ہر آذان سے پہلے. لوگوں ایسا دور بھی آیا، آج ہم آذان سے پہلے حضور پہ درود پڑھتے ہیں. ایسا بدبختوں کا دور، ایسا خبیث لوگوں کا دور بھی گزرا ہے کہ 66,000 ممبر پر، یہ مروان کمینے کے حکم پر 66,000 ممبر پر مؤذنوں کو لازم تھا کہ وہ آذان سے پہلے علی پاک پر لعنت بھیجیں. سارے بولو استغفر اللہ. صبح و شام ان پہ تبرہ ہوتا. کس پر؟ اس علی پر جو جنت کے مالکوں کا والد ہے، جس کے 2 شہزادے جنتی جوانوں کے سردار ہیں، اور جس کی زوجہ جنتی عورتوں کی ملکہ ہیں، وہ جسے مصطفیٰ اپنے جگر کا ٹکڑا کہیں، وہ جسے حضور اپنی جان کہیں، جس کا ہاتھ پکڑ کے کہیں جس کا میں مولا، اس کا علی مولا، جس کی شان میں قرآن مجید کی 300 سے زیادہ آیتیں اتریں، وہ جو جنگ بدر کا ہیرو، وہ جو جنگ احد کا مجاہد، وہ جو جنگ خیبر کا مجاہد و ہیرو ہے، اس حیدر کرار جیسی ہستی کو بھی لوگوں نے نہیں بخشا. وہ ہماری کیا حیثیت ہے؟ پر شکر اس بات پہ کر رہے ہیں. مزہ آتا ہے کہ ایک گالاں کرپشن دی وجہ تو نہیں، سود کھان دی وجہ تو نہیں. جسے سمجھ آ رہی ہے بولا ذرا. سود کھانے کی وجہ سے نہیں، کرپشن کی وجہ سے نہیں، ہمیں گالیں پڑ رہی ہیں تو علی کرنے کی وجہ